ਉਹ ਬਹੁਤ ਭੋਲੀ ਸੀ। ਸਾਡੇ ਘਰ ਕੰਮ ਕਰਨ ਆਉਂਦੀ ਸੀ। ਇੰਜ ਕਹਿ ਲਓ ਉਹ ਨੌਕਰਾਣੀ ਸੀ ਸਾਡੀ। ਰੌਸ਼ਨੀ ਅਤੇ ਉਸਦੀ ਮਾਂ ਸਾਡੇ ਘਰ ਝਾੜੂ ਪੋਚਾ ਕਰਨ ਆਉਂਦੀਆਂ ਸਨ। ਰੌਸ਼ਨੀ MBA ਕਰ ਰਹੀ ਸੀ ਅਤੇ ਉਹ ਪੜ੍ਹਾਈ ਤੋਂ ਫ੍ਰੀ ਹੋ ਕੇ ਸਾਡੇ ਘਰ ਕੰਮ ਕਰਨ ਆਉਂਦੀ ਸੀ। ਮੈਨੂੰ ਉਹ ਬਹੁਤ ਪਿਆਰੀ ਲੱਗਦੀ ਸੀ। ਮੈਨੂੰ ਉਸਦੀ ਇੱਕ ਗੱਲ ਬੜੀ ਚੰਗੀ ਲੱਗਦੀ ਸੀ। ਮੈਂ ਉਸਨੂੰ ਕਈ ਵਾਰ ਦੂਜਿਆਂ ਦੀ ਮਦਦ ਕਰਦੇ ਵੇਖਿਆ। ਬਸ ਹਾਲਾਤਾਂ ਦੇ ਅੱਗੇ ਮਜਬੂਰ ਸੀ। ਸਾਡਾ ਬਹੁਤ ਵੱਡਾ ਕਾਰੋਬਾਰ ਹੈ। ਪਰਮਾਤਮਾ ਨੇ ਬਹੁਤ ਧਨ ਦੌਲਤ ਦਿੱਤੀ ਹੈ। ਪਾਪਾ ਬਹੁਤ ਵੱਡੇ ਕਾਰੋਬਾਰੀ ਹਨ। ਉਸਦੇ ਪਾਪਾ ਨਹੀਂ ਸਨ, ਸਿਰਫ ਮਾਂ ਬੇਟੀ ਹੀ ਸਨ। ਉਹਨਾਂ ਦਾ ਕੋਈ ਨਹੀਂ ਸੀ। ਰੌਸ਼ਨੀ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਉਸਦੀ ਮਾਂ ਨੇ ਘਰਾਂ ਵਿੱਚ ਕੰਮ ਕਰਕੇ ਰੌਸ਼ਨੀ ਨੂੰ ਪੜ੍ਹਾਈ ਕਰਵਾਈ। ਪਰ ਹੁਣ ਪੜ੍ਹਾਈ ਦੇ ਖਰਚੇ ਜ਼ਿਆਦਾ ਹਨ, ਜਿਸ ਨੂੰ ਉਸਦੀ ਮਾਂ ਬਰਦਾਸ਼ਤ ਨਹੀਂ ਕਰ ਪਾ ਰਹੀ ਸੀ। ਕੁਝ ਦਿਨ ਪਹਿਲਾਂ ਰੌਸ਼ਨੀ ਨੇ ਟਿਊਸ਼ਨ ਸੈਂਟਰ ਵੀ ਖੋਲ੍ਹਿਆ ਸੀ, ਪਰ ਪੜ੍ਹਨ ਲਈ ਕੋਈ ਬੱਚਾ ਨਹੀਂ ਆਇਆ। ਬਸ ਇਸ ਕਰਕੇ ਉਸਦੀ ਮਾਂ ਨੇ ਉਸਨੂੰ ਵੀ ਕੰਮ 'ਤੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਰੌਸ਼ਨੀ ਦਾ ਇੱਕ ਹੀ ਸੁਪਨਾ ਸੀ ਕਿ ਪੜ੍ਹ ਲਿਖ ਕੇ ਕੋਈ ਚੰਗੀ ਨੌਕਰੀ ਮਿਲ ਜਾਵੇ। ਪਹਿਲਾਂ ਰੌਸ਼ਨੀ ਦੀ ਮਾਂ ਸਾਡੇ ਘਰ ਕੰਮ ਕਰਨ ਆਉਂਦੀ ਸੀ, ਪਰ ਹੁਣ ਰੌਸ਼ਨੀ ਵੀ ਨਾਲ ਆਉਂਦੀ ਸੀ। ਮੈਂ ਕਦੇ ਉਸ ਵੱਲ ਧਿਆਨ ਨਹੀਂ ਦਿੱਤਾ। ਉਹ ਮੇਰੇ ਕਮਰੇ ਵਿੱਚ ਚਾਹ ਨਾਸ਼ਤਾ ਸਭ ਕੁਝ ਲੈ ਕੇ ਆਉਂਦੀ ਸੀ। ਕਦੇ-ਕਦੇ ਮੈਂ ਉਸਨੂੰ 150 ਰੁਪਏ ਦੇ ਦਿੰਦਾ। ਇੱਕ ਦਿਨ ਰੌਸ਼ਨੀ ਮੰਮੀ ਨੂੰ ਕਹਿ ਰਹੀ ਸੀ, ਆਂਟੀ ਮੈਨੂੰ ਕਾਲਜ ਦੀ ਫੀਸ ਦੇਣੀ ਹੈ। ਮੈਨੂੰ ਇਸ ਮਹੀਨੇ ਦੀ ਤਨਖਾਹ ਐਡਵਾਂਸ ਵਿੱਚ ਦੇ ਦਿਓ। ਮੰਮੀ ਨੇ ਉਸਨੂੰ ਤਨਖਾਹ ਦੇ ਦਿੱਤੀ ਤਾਂ ਉਹ ਬਹੁਤ ਖੁਸ਼ ਹੋਈ। ਮੈਂ ਸਭ ਕੁਝ ਦੇਖ ਰਿਹਾ ਸੀ। ਮੈਂ ਉਸਨੂੰ ਆਵਾਜ਼ ਦਿੱਤੀ, ਰੌਸ਼ਨੀ ਮੇਰੀ ਗੱਲ ਸੁਣੋ। ਉਹ ਮੇਰੇ ਕੋਲ ਆਈ। ਮੈਂ ਉਸਨੂੰ 5000 ਰੁਪਏ ਦੇ ਦਿੱਤੇ ਅਤੇ ਕਿਹਾ, ਇਹ ਲੈ ਤੇਰੇ ਕਾਲਜ ਦੀ ਫੀਸ। ਤਨਖਾਹ ਵਾਲੇ ਪੈਸੇ ਆਪਣੇ ਕੋਲ ਰੱਖੀਂ। ਪਹਿਲਾਂ ਉਹ ਹੌਲੀ ਜਿਹਾ ਮੁਸਕਰਾਈ, ਜਿਵੇਂ ਕੋਈ ਚੰਨ ਮੁਸਕਰਾ ਰਿਹਾ ਹੋਵੇ। ਮੈਂ ਉਸਨੂੰ ਕਦੇ ਇਸ ਨਜ਼ਰ ਨਾਲ ਨਹੀਂ ਦੇਖਿਆ ਸੀ। ਸੱਚ ਦੱਸਾਂ ਤਾਂ ਨਾ ਚਾਹੁੰਦੇ ਹੋਏ ਵੀ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਮੈਂ ਰੌਸ਼ਨੀ ਨੂੰ ਆਪਣੀ ਜੀਵਨ ਸਾਥੀ ਬਣਾਉਣਾ ਚਾਹੁੰਦਾ ਸੀ, ਪਰ ਇਹ ਸੋਚ ਕੇ ਪਿੱਛੇ ਹਟ ਜਾਂਦਾ ਕਿ ਮੇਰੇ ਮਾਂ-ਬਾਪ ਕਦੇ ਵੀ ਇਸ ਨੂੰ ਆਪਣੀ ਬਹੂ ਨਹੀਂ ਬਣਾਉਣਗੇ। ਮੇਰੇ ਪਾਪਾ ਦਾ ਇੰਨਾ ਵੱਡਾ ਕਾਰੋਬਾਰ ਅਤੇ ਇਹ ਇੱਕ ਨੌਕਰਾਣੀ। ਬਸ ਇਹ ਸੋਚ ਕੇ ਚੁੱਪ ਹੋ ਜਾਂਦਾ। ਕੁਝ ਦਿਨਾਂ ਬਾਅਦ ਮੇਰੇ ਪਾਪਾ ਨੇ ਮੇਰੀ ਮੰਗਣੀ ਆਪਣੇ ਇੱਕ ਦੋਸਤ ਦੀ ਬੇਟੀ ਨਾਲ ਕਰ ਦਿੱਤੀ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਪਾਪਾ ਨੂੰ ਦੱਸਾਂ ਕਿ ਮੈਂ ਰੌਸ਼ਨੀ ਨੂੰ ਪਸੰਦ ਕਰਦਾ ਹਾਂ, ਪਰ ਹਿੰਮਤ ਨਾ ਪੈਂਦੀ। ਫਿਰ ਇਹ ਸੋਚ ਕੇ ਚੁੱਪ ਰਹਿ ਜਾਂਦਾ ਕਿ ਕਿਤੇ ਪਾਪਾ ਮੇਰੇ ਨਾਲ ਨਾਰਾਜ਼ ਨਾ ਹੋ ਜਾਣ। ਪਾਪਾ ਦੇ ਦੋਸਤ ਦੀ ਬੇਟੀ ਮਾਡਰਨ ਅਤੇ ਅਮੀਰ ਬਾਪ ਦੀ ਔਲਾਦ ਸੀ। ਅਸੀਂ ਦੋਨੋਂ ਦੋਸਤ ਵੀ ਸੀ ਅਤੇ ਹੁਣ ਸਾਡੀ ਮੰਗਣੀ ਵੀ ਹੋ ਗਈ ਸੀ। ਰੇਖਾ ਮੇਰੀ ਮੰਗੇਤਰ ਸੀ। ਰੇਖਾ ਆਪਣੇ ਪੁਰਾਣੇ ਕੱਪੜੇ ਰੌਸ਼ਨੀ ਨੂੰ ਦੇ ਦਿੰਦੀ। ਉਹ ਵੀ ਹੱਸ ਕੇ ਲੈ ਲੈਂਦੀ ਸੀ। ਇੱਥੋਂ ਤੱਕ ਕਿ ਬਚਿਆ ਹੋਇਆ ਖਾਣਾ ਵੀ ਉਹ ਘਰ ਲੈ ਜਾਂਦੀ ਸੀ। ਰੌਸ਼ਨੀ ਨੇ MBA ਪਾਸ ਕਰ ਲਿਆ ਸੀ। ਉਹ ਬਹੁਤ ਖੁਸ਼ ਸੀ। ਇੱਕ ਦਿਨ ਅਜਿਹਾ ਹਾਦਸਾ ਹੋਇਆ ਕਿ ਰੌਸ਼ਨੀ ਦੀ ਮਾਂ ਨੂੰ ਹਾਰਟ ਅਟੈਕ ਆਇਆ। ਉਹ ਇਸ ਦੁਨੀਆ ਤੋਂ ਚੱਲ ਬਸੀ। ਰੌਸ਼ਨੀ ਇਕੱਲੀ ਰਹਿ ਗਈ। ਉਸਦੀ ਤਾਂ ਜਿਵੇਂ ਦੁਨੀਆ ਹੀ ਉਜੜ ਗਈ। ਹੁਣ ਉਸਦਾ ਕੋਈ ਨਹੀਂ ਸੀ। ਦਿਲ ਕਰਦਾ ਸੀ ਕਿ ਮੈਂ ਉਸਦਾ ਸਹਾਰਾ ਬਣਾ। ਉਹ ਬਹੁਤ ਰੋਈ ਸੀ। ਫਿਰ ਮੈਂ ਸੋਚ ਕੇ ਉਸਨੂੰ ਦਿਲ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਮਾਂ-ਬਾਪ ਉਸਨੂੰ ਕਦੇ ਵੀ ਨਹੀਂ ਅਪਣਾਉਣਗੇ। ਮੈਂ ਆਪਣੀ ਦੁਨੀਆ ਵਿੱਚ ਖੁਸ਼ ਰਹਿਣ ਲੱਗਾ। ਆਪਣੀ ਮਾਂ ਦੇ ਗੁਜ਼ਰਨ ਤੋਂ ਬਾਅਦ ਉਹ ਸਾਡੇ ਘਰ ਵਿੱਚ ਹੀ ਰਹਿਣ ਲੱਗੀ। ਸਾਰਾ ਦਿਨ ਚੁੱਪ-ਚਾਪ ਕੰਮ ਕਰਦੀ ਰਹਿੰਦੀ। ਮੇਰੇ ਕਮਰੇ ਵਿੱਚ ਆਉਂਦੀ, ਮੈਂ ਸੰਗੀਤ ਸੁਣ ਰਿਹਾ ਹੁੰਦਾ। ਖਾਮੋਸ਼ੀ ਨਾਲ ਖਾਣਾ ਕਮਰੇ ਵਿੱਚ ਰੱਖ ਜਾਂਦੀ ਅਤੇ ਚਲੀ ਜਾਂਦੀ। ਮੈਂ ਉਸ ਵੱਲ ਵੇਖਦਾ ਵੀ ਨਹੀਂ ਸੀ। ਫਿਰ ਇੱਕ ਦਿਨ ਸਾਡੇ ਘਰ ਵਿੱਚ ਗੱਲਾਂ ਹੋਣ ਲੱਗੀਆਂ ਕਿ ਰੌਸ਼ਨੀ ਗਰੀਬ ਹੈ, ਬੇਸਹਾਰਾ ਹੈ। ਉਸਦਾ ਵਿਆਹ ਨਾਲ ਵਾਲੇ ਘਰ ਵਿੱਚ ਇੱਕ ਨੌਕਰ ਲੜਕਾ ਹੈ, ਉਸ ਨਾਲ ਕਰਵਾ ਦਿੰਦੇ ਹਾਂ। ਮੈਂ ਸੁਣਿਆ ਤਾਂ ਇਗਨੋਰ ਕਰ ਦਿੱਤਾ। ਫਿਰ ਅਚਾਨਕ ਮੇਰੀ ਮੁਲਾਕਾਤ ਉਸ ਲੜਕੇ ਨਾਲ ਹੋਈ, ਜਿਸ ਦਾ ਰੌਸ਼ਨੀ ਨਾਲ ਵਿਆਹ ਹੋਣ ਵਾਲਾ ਸੀ। ਉਹ ਮੁੰਡਾ ਅਨਪੜ੍ਹ ਸੀ, 6-7 ਹਜ਼ਾਰ ਕਮਾਉਂਦਾ ਸੀ। ਖਾਨਦਾਨ ਵੀ ਕੋਈ ਜ਼ਿਆਦਾ ਚੰਗਾ ਨਹੀਂ ਸੀ। ਮੈਂ ਚੁੱਪ ਹੋ ਗਿਆ। ਮੈਂ ਆਪਣੇ ਕਮਰੇ ਵਿੱਚ ਬੈਠਾ ਸੀ। ਰੌਸ਼ਨੀ ਮੈਨੂੰ ਖਾਣਾ ਦੇ ਕੇ ਜਾਣ ਲੱਗੀ। ਮੈਂ ਉਸਨੂੰ ਆਵਾਜ਼ ਦਿੱਤੀ ਅਤੇ ਰੁਕਣ ਲਈ ਕਿਹਾ। ਮੈਂ ਉਸਦੇ ਚਿਹਰੇ ਦੇ ਵੱਲ ਗੌਰ ਨਾਲ ਦੇਖਿਆ। ਉਹ ਬਹੁਤ ਖੂਬਸੂਰਤ ਸੀ, ਬਿਲਕੁਲ ਕੋਈ ਸ਼ਹਿਜ਼ਾਦੀ ਲੱਗ ਰਹੀ ਸੀ। ਮੈਂ ਉਸਨੂੰ ਪਿਆਰ ਨਾਲ ਪੁੱਛਿਆ, ਰੌਸ਼ਨੀ ਉਸ ਮੁੰਡੇ ਨਾਲ ਵਿਆਹ ਕਰਨ ਵਿੱਚ ਤੈਨੂੰ ਕੋਈ ਇਤਰਾਜ਼ ਤਾਂ ਨਹੀਂ? ਇੰਨੀ ਗੱਲ ਸੁਣਦੇ ਹੀ ਉਹ ਮੁਸਕਰਾਉਣ ਲੱਗੀ। ਫਿਰ ਕੁਝ ਹੰਝੂ ਉਸਦੀਆਂ ਗੱਲਾਂ 'ਤੇ ਗਿਰਨ ਲੱਗੇ। ਉਸਦੀਆਂ ਅੱਖਾਂ ਲਾਲ ਹੋ ਗਈਆਂ। ਉਸਨੇ ਕਿਹਾ, ਮੇਰੀ ਮਾਂ ਕਹਿੰਦੀ ਸੀ ਕਿ ਮੇਰੀ ਧੀ ਨੂੰ ਕੋਈ ਰਾਜਕੁਮਾਰ ਲੈਣ ਆਵੇਗਾ, ਪਰ ਮਾਂ ਬਸ ਸੁਪਨੇ ਦੇਖਦੀ ਸੀ। ਜ਼ਿੰਦਗੀ ਬਹੁਤ ਅਜੀਬ ਹੈ। ਨਾ ਚਾਹੁੰਦੇ ਹੋਏ ਵੀ ਸਾਡੇ ਤੋਂ ਸਭ ਕੁਝ ਖੋਹ ਲੈਂਦੀ ਹੈ, ਫਿਰ ਦਰਦ ਦਿੰਦੀ ਹੈ ਅਤੇ ਰੋਣ ਵੀ ਨਹੀਂ ਦਿੰਦੀ।
ਸ਼ਾਮ ਹੋ ਗਈ ਸੀ। ਉਹ ਕਹਿਣ ਲੱਗੀ, ਸਰ ਜੀ ਮੈਂ ਜਾ ਰਹੀ ਹਾਂ। ਇੰਨਾ ਕਹਿ ਕੇ ਉਹ ਚਲੀ ਗਈ। ਮੈਨੂੰ ਅਜੀਬ ਜਿਹੀ ਬੇਚੈਨੀ ਹੋਣ ਲੱਗੀ। ਇੰਨੀ ਖੂਬਸੂਰਤ, ਪੜ੍ਹੀ ਲਿਖੀ, ਸਮਝਦਾਰ ਅਤੇ ਸੰਸਕਾਰੀ ਕੁੜੀ, ਜਿਸ ਦਾ ਵਿਆਹ ਸਿਰਫ ਇਸ ਲਈ ਉਸ ਅਨਪੜ੍ਹ ਗਵਾਰ ਮੁੰਡੇ ਨਾਲ ਹੋ ਰਿਹਾ ਹੈ ਕਿਉਂਕਿ ਉਹ ਗਰੀਬ ਹੈ। ਪਤਾ ਨਹੀਂ ਕਿਉਂ ਮੇਰਾ ਦਿਲ ਉਸਦੇ ਲਈ ਫਿਰ ਤੋਂ ਧੜਕਣ ਲੱਗਾ। ਅਜੀਬ ਜਿਹਾ ਅਹਿਸਾਸ ਹੋਣ ਲੱਗਾ। ਕੁਝ ਦਿਨ ਐਵੇਂ ਹੀ ਗੁਜ਼ਰ ਗਏ। ਇੱਕ ਦਿਨ ਮੈਂ ਘਰ ਆਇਆ ਤਾਂ ਉਸ ਦਿਨ ਰੌਸ਼ਨੀ ਦਾ ਵਿਆਹ ਹੋ ਰਿਹਾ ਸੀ। ਥੋੜ੍ਹੀ ਦੇਰ ਵਿੱਚ ਫੇਰਿਆਂ ਦਾ ਸਮਾਂ ਹੋਣ ਵਾਲਾ ਸੀ। ਰੇਖਾ ਵੀ ਆਈ ਹੋਈ ਸੀ। ਮੈਂ ਰੇਖਾ ਨਾਲ ਗੱਲ ਕਰ ਰਿਹਾ ਸੀ। ਮੈਂ ਤੜਫ ਰਿਹਾ ਸੀ। ਰੌਸ਼ਨੀ ਦਾ ਚਿਹਰਾ ਬਾਰ-ਬਾਰ ਮੇਰੇ ਸਾਹਮਣੇ ਆ ਰਿਹਾ ਸੀ। ਉਹ ਪਿਆਰੀ ਜਿਹੀ ਕੁੜੀ ਭਲਾ ਕਿਉਂ ਕੁਰਬਾਨ ਕੀਤੀ ਜਾ ਰਹੀ ਹੈ। ਮੇਰੇ ਤੋਂ ਹੁਣ ਬਰਦਾਸ਼ਤ ਨਹੀਂ ਹੋ ਰਿਹਾ ਸੀ ਕਿ ਉਹ ਕਿਸੇ ਹੋਰ ਦੀ ਹੋ ਜਾਵੇ। ਉਹ ਦੋਨੋਂ ਫੇਰਿਆਂ ਲਈ ਖੜੇ ਹੋ ਗਏ। ਮੈਂ ਬਿਨਾਂ ਕੁਝ ਸੋਚੇ ਰੌਸ਼ਨੀ ਦਾ ਹੱਥ ਫੜ ਲਿਆ। ਸਭ ਮੇਰੇ ਵੱਲ ਵੇਖ ਰਹੇ ਸਨ। ਮੈਂ ਰੌਸ਼ਨੀ ਦੇ ਸਾਹਮਣੇ ਖੜੇ ਹੋ ਕੇ ਕਿਹਾ, ਰੌਸ਼ਨੀ, ਤੂੰ ਪੜ੍ਹੀ ਲਿਖੀ ਹੈ, ਸਮਝਦਾਰ ਹੈ, ਸੰਸਕਾਰੀ ਹੈ। ਮੈਂ ਨਹੀਂ ਚਾਹੁੰਦਾ ਤੂੰ ਇੰਨੀ ਵੱਡੀ ਕੁਰਬਾਨੀ ਦੇਵੇਂ। ਮੈਂ ਉਸੇ ਸਮੇਂ ਉਸਦੀ ਮਾਂਗ ਵਿੱਚ ਸੰਦੂਰ ਭਰ ਦਿੱਤਾ। ਮੈਂ ਉਸਨੂੰ ਕਿਹਾ, ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਸਭ ਮੇਰੇ ਵੱਲ ਹੈਰਾਨੀ ਨਾਲ ਦੇਖਣ ਲੱਗੇ। ਮੇਰੇ ਮਾਂ-ਬਾਪ ਅਤੇ ਰੌਸ਼ਨੀ ਹੈਰਾਨ ਸਨ। ਉਸਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸਨ। ਰੇਖਾ ਵੀ ਮੇਰੇ ਕੋਲ ਖੜੀ ਸੀ। ਉਹ ਕੁਝ ਕਹਿਣ ਲੱਗੀ। ਮੈਂ ਉਸਨੂੰ ਚੁੱਪ ਕਰਵਾ ਦਿੱਤਾ। ਮੈਂ ਰੇਖਾ ਨੂੰ ਬੇਨਤੀ ਕਰਕੇ ਉਸਨੂੰ ਮਨਾ ਲਿਆ ਅਤੇ ਆਪਣਾ ਰੋਕਾ ਉਸੇ ਸਮੇਂ ਤੋੜ ਦਿੱਤਾ। ਰੇਖਾ ਚੁੱਪਚਾਪ ਆਪਣੇ ਘਰ ਚਲੀ ਗਈ। ਰੌਸ਼ਨੀ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਆਪਣੇ ਮਾਂ-ਬਾਪ ਵੱਲ ਵੇਖ ਰਿਹਾ ਸੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦਾ, ਮੇਰੇ ਪਾਪਾ ਮੇਰੇ ਵੱਲ ਆਏ ਅਤੇ ਮੈਨੂੰ ਗਲ ਨਾਲ ਲਗਾ ਲਿੱਤਾ। ਪੁੱਤਰਾ, ਮੈਨੂੰ ਤੇਰੇ ਤੇ ਮਾਣ ਹੈ। ਮੇਰੀ ਮਾਂ ਨੇ ਰੌਸ਼ਨੀ ਨੂੰ ਗਲ ਨਾਲ ਲਗਾ ਲਿੱਤਾ। ਮੈਂ ਅੱਜ ਬਹੁਤ ਹੈਰਾਨ ਸੀ। ਮੈਂ ਆਪਣੇ ਮਾਂ-ਬਾਪ ਬਾਰੇ ਹਮੇਸ਼ਾ ਗਲਤ ਸੋਚਦਾ ਰਿਹਾ, ਜਦੋਂ ਕਿ ਮੇਰੀ ਖੁਸ਼ੀ ਲਈ ਉਹ ਰੌਸ਼ਨੀ ਨੂੰ ਆਪਣੀ ਬਹੂ ਬਣਾ ਕੇ ਬਹੁਤ ਖੁਸ਼ ਸਨ। ਫਿਰ ਮੇਰੇ ਪਾਪਾ ਨੇ ਮੇਰਾ ਵਿਆਹ ਧੂਮ-ਧਾਮ ਨਾਲ ਕਰਵਾਉਣ ਦਾ ਫੈਸਲਾ ਕੀਤਾ। ਰੌਸ਼ਨੀ ਵੀ ਬਹੁਤ ਖੁਸ਼ ਸੀ। ਕੁਝ ਦਿਨ ਬਾਅਦ ਸਾਡਾ ਵਿਆਹ ਸੀ। ਰੇਖਾ ਅਤੇ ਉਸਦੇ ਘਰ ਵਾਲੇ ਵੀ ਆਏ। ਰੌਸ਼ਨੀ ਮੇਰੀ ਜ਼ਿੰਦਗੀ ਵਿੱਚ ਆ ਗਈ ਅਤੇ ਮੇਰੀ ਜ਼ਿੰਦਗੀ ਬਦਲ ਗਈ। ਸਭ ਕੁਝ ਅਚਾਨਕ ਹੋਇਆ ਸੀ, ਜਿਵੇਂ ਕੋਈ ਸੁਪਨਾ ਹੋਵੇ। ਪਰਮਾਤਮਾ ਨੇ ਜੋ ਲਿਖਿਆ ਸੀ ਉਹ ਤਾਂ ਹੋ ਕੇ ਹੀ ਰਹਿਣਾ ਸੀ। ਰੌਸ਼ਨੀ ਤੋਂ ਬਿਨਾਂ ਤਾਂ ਮੈਂ ਇੱਕ ਸਾਹ ਵੀ ਨਹੀਂ ਲੈ ਸਕਦਾ ਸੀ। ਮੈਂ ਉਸਨੂੰ ਦਿਲ ਨਾਲ ਲਗਾ ਕੇ ਰੱਖਦਾ ਸੀ। ਉਹ ਵੀ ਮੇਰਾ ਬਹੁਤ ਖਿਆਲ ਰੱਖਦੀ ਹੈ। ਪਰਮਾਤਮਾ ਨੇ ਸਾਨੂੰ ਇੱਕ ਧੀ ਦਿੱਤੀ ਹੈ। ਅੱਜ ਰੌਸ਼ਨੀ ਦਾ ਜਨਮ ਦਿਨ ਹੈ। ਉਹ ਸਾਹਮਣੇ ਬੈਠੀ ਬੇਟੀ ਨੂੰ ਖਾਣਾ ਖਿਲਾ ਰਹੀ ਹੈ। ਉਸ ਨੂੰ ਲੱਗਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਮੈਂ ਇਸ ਸਾਲ ਵੀ ਉਸ ਦਾ ਜਨਮ ਦਿਨ ਭੁੱਲ ਗਿਆ ਹਾਂ। ਪਰ ਅੱਜ ਕੁਝ ਖਾਸ ਹੈ। ਮੈਂ ਗੋਆ ਦੇ ਟਿਕਟ ਲੈ ਕੇ ਆਇਆ ਹਾਂ। ਮੈਂ ਕਦੇ ਸੋਚਿਆ ਨਹੀਂ ਸੀ ਕਿ ਰੌਸ਼ਨੀ ਮੇਰੀ ਹਮਸਫ਼ਰ ਬਣ ਜਾਵੇਗੀ ਅਤੇ ਮੇਰੀ ਜ਼ਿੰਦਗੀ ਜੰਨਤ ਬਣ ਜਾਵੇਗੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।